ਇਹ ਹਾਲਾਤ ਬਣੇ ਕਿਉਂ? ਸਭ ਤੋਂ ਵੱਡਾ ਸਵਾਲ ਇਹ, ਕਿਉਂਕਿ ਲਗਾਤਾਰ ਲੋਕ ਚਿੰਤਾਵਾਂ ਕਰ ਰਹੇ ਨੇ ਕਿ ਇਦਾਂ ਦੀਆਂ ਘਟਨਾਵਾਂ ਵੱਧ ਰਹੀਆਂ ਨੇ। ਇਹ ਹਾਲਾਤ ਤੁਸੀਂ ਦੇਖ ਲਓ ਪਿਛਲੇ 20-25 ਸਾਲਾਂ ਤੋਂ ਕਹਿ ਲਓ ਕਿ ਕੁਝ ਜ਼ਿਆਦਾ ਹਾਲਾਤ ਵਿਗੜ ਗਏ ਆ। ਇਸ ਰਿਲੀਜਨਸ ਦੀ ਪਾਵਰ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਵਰਲਡ ਦੇ ਵਿੱਚ ਕਿ ਮਿਨੋਰਿਟੀ ਪਿਸ ਰਹੀ ਹੈ। ਇੱਕ ਕਮਿਊਨਿਟੀ ਜ਼ਿਆਦਾ ਵੱਡੇ ਪੱਧਰ ਤੇ ਵੱਧ ਰਹੀ ਹੈ ਤਾਂ ਉਹੀ ਛੋਟੀਆਂ ਕਮਿਊਨਿਟੀ ਦੇ ਉੱਪਰ ਭਾਰ ਪਾ ਰਹੀ ਹੈ, ਜਾਂ ਇਸੇ ਕਾਰਨ ਹੀ ਇਹ ਸਾਰੀਆਂ ਘਟਨਾਵਾਂ ਵੱਧ ਰਹੀਆਂ? ਦੇਖੋ ਜੀ, ਹਰੇਕ ਬੰਦੇ ਨੇ ਆਪਣੀ ਪਾਵਰ ਦਿਖਾਉਣੀ ਆ। ਹੁਣ ਪਾਵਰ ਤੁਸੀਂ ਦਿਖਾ ਸਕਦੇ ਹੋ, ਵੱਡੇ ਬੰਦੇ ਨੂੰ ਛੇੜ ਕੇ ਤਾਂ ਪਾਵਰ ਦਿਖਾ ਨਹੀਂ ਸਕਦੇ। ਛੋਟੇ ਬੰਦੇ ਪਿਸੀ ਜਾਂਦੇ ਆ ਜੀ ਵਿੱਚ, ਮਿਨੋਰਿਟੀ ਪਿਸ ਰਹੀ ਹੈ। ਤੇ ਸਭ ਤੋਂ ਜ਼ਿਆਦਾ ਮਿਨੋਰਿਟੀ ਜਿਹੜੀ ਦੁਨੀਆ 'ਚ ਹੈਗੀ ਹੈ ਇਸ ਵੇਲੇ, ਉਹ ਆਪਣੀ ਕਹਿ ਲਓ ਇੰਡੀਆ ਵਿੱਚ ਹੀ ਹੈ। ਆਪਾਂ ਹੀ ਮਿਨੋਰਿਟੀ ਦੇ ਵਿੱਚ ਹਾਂ ਜੀ ਇਸ ਵੇਲੇ। ਤੇ ਜਦੋਂ ਕਿਸੇ ਕੰਟਰੀ 'ਚ ਪ੍ਰੋਬਲਮ ਹੁੰਦੀ ਹੈ, ਕਿਸੇ ਵੀ ਕੰਟਰੀ 'ਚ ਜਦੋਂ ਮਿਨੋਰਿਟੀ ਤੰਗ ਹੁੰਦੀ ਹੈ, ਉਦੋਂ ਇਫੈਕਟ ਕਿਹੜੀ ਕੰਟਰੀ ਹੁੰਦੀ ਹੈ? ਇਫੈਕਟ ਇੰਡੀਆ ਹੀ ਹੁੰਦੀ ਹੈ। ਇਹ ਸਾਰੀ ਘਟਨਾ ਨੂੰ ਤੁਸੀਂ ਡੀਕੋਡ ਕਿੱਦਾਂ ਕਰ ਰਹੇ ਹੋ, ਐਨਾਲਿਸਿਸ ਕਿੱਦਾਂ ਕਰ ਰਹੇ ਹੋ ਕਿ ਉਹ ਜਿਹੜੀ ਘਟਨਾ ਵਾਪਰੀ, ਅਟੈਕ ਹੋਇਆ, 4 ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ, ਬੰਬਾਰੀ ਹੋਈ, 3 ਕੀਮਤੀ ਜਾਨਾਂ ਗਈਆਂ, ਲੱਗਦਾ ਕਿ ਇਸ ਚੀਜ਼ ਦੇ ਨਾਲ ਪੂਰੇ ਵਰਲਡ ਲੈਵਲ ਤੇ ਇੱਕ ਅਸਰ ਦੇਖਣ ਨੂੰ ਮਿਲ ਰਿਹਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਡਿਕੋਡ? ਇੱਕ ਵਰਲਡ ਤੇ ਉਹਨਾਂ ਨੇ ਇੱਕ ਇੰਪ੍ਰੈਸ਼ਨ ਦਾ ਕ੍ਰੀਏਟ ਕਰ ਹੀ ਦਿੱਤਾ ਨਾ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਜਿਹੜਾ ਪੰਜਾਬ ਸਟੇਟ ਦਾ 900 ਕਿਲੋਮੀਟਰ ਦਾ ਬਾਰਡਰ ਹੈ, ਇਹਨੂੰ ਸੰਭਾਲਣਾ ਕੋਈ ਸੌਖਾ ਨਹੀਂ। ਹਾਲ ਹੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ, ਬਹੁਤ ਸਾਰੀ ਚੀਜ਼ਾਂ ਇਦਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਜਿੱਥੇ ਸਮਝਿਆ ਗਿਆ ਕਿ ਸ਼ਾਇਦ ਜਿਹੜੀ ਘੱਟ ਗਿਣਤੀ ਲੋਕ ਨੇ ਇੱਥੇ ਭਾਰਤ ਦੇ ਵਿੱਚ ਜਾਂ ਇਸਲਾਮਿਕ ਲੋਕ ਨੇ, ਉਹਨਾਂ ਦੇ ਉੱਪਰ ਹਮਲਾ ਮੰਨਿਆ ਗਿਆ। ਇਹਦਾ ਪ੍ਰਭਾਵ ਗਲੋਬਲੀ ਦੇਖਣ ਨੂੰ ਮਿਲਿਆ। ਬਹੁਤ ਸਾਰੀਆਂ ਇਸਲਾਮਿਕ ਕੰਟਰੀਆਂ ਦੇ ਵਿੱਚ ਭਾਰਤ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ, ਪ੍ਰਦਰਸ਼ਨ ਵੀ ਹੋਏ। ਲੱਗਦਾ ਕਿ ਉਹਦਾ ਆਫਟਰ ਰਿਐਕਸ਼ਨ ਹੋ ਸਕਦਾ ਹੈ। ਮਤਲਬ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਪਾਕਿਸਤਾਨ ਦੇ ਹਰ ਬੰਦੇ ਦੀ ਡ੍ਰੀਮ ਹੈ ਕਿ ਜੇ ਕਿਤੇ ਹੋਰ ਨਹੀਂ, ਸਾਨੂੰ ਹਿੰਦੁਸਤਾਨ ਦੀ ਮੌਕਾ ਮਿਲ ਜੇ ਸੈਟਲ ਹੋਣ ਦਾ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਕਾਬੁਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਜੋ ਅਟੈਕ ਹੋਇਆ, ਉਹਨੂੰ ਲੈ ਕੇ ਹਰੇਕ ਪਾਸੇ ਚਿੰਤਾਵਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਬਣੇ, ਕਿਸ ਤਰੀਕੇ ਨਾਲ ਉੱਥੇ ਦੀ ਸਰਕਾਰ ਜਿਹੜੀ ਹੈ ਉਹਦੀ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ, ਕਿਸ ਤਰੀਕੇ ਦਾ ਮਾਹੌਲ ਬਣ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਸ ਘਟਨਾ ਤੋਂ ਬਾਅਦ ਪੂਰੇ ਸਿੱਖ ਡਾਇਸਪੋਰਾ ਦੇ ਵਿੱਚ ਚਿੰਤਾਵਾਂ ਨੇ ਕਿ ਆਖਿਰਕਾਰ ਅਜਿਹੇ ਹਾਲਾਤ ਅਫਗਾਨਿਸਤਾਨ ਦੇ ਵਿੱਚ, ਕਾਬੁਲ ਦੇ ਵਿੱਚ ਕਿਉਂ ਬਣਦੇ ਜਾ ਰਹੇ ਨੇ। ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਰਚੰਦ ਸਿੰਘ ਰਣੌਤਾ ਨੇ। ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਸਮਝਣਾ ਹੈ ਕਿ ਜਿਹੜੇ ਉੱਥੇ ਹਾਲਾਤ ਬਣੇ ਹੋਏ ਨੇ, ਇਹਦਾ ਕਾਰਨ ਕੀ ਹੈ। ਕਿਉਂਕਿ ਜਦੋਂ ਅਸੀਂ ਯੂਨਾਈਟਿਡ ਨੇਸ਼ਨ ਐਸੋਸੀਏਸ਼ਨ ਦੀ ਗੱਲ ਕਰਦੇ ਹਾਂ ਤਾਂ ਉੱਚੇ ਪੱਧਰ ਤੇ ਨੇ, ਲਗਾਤਾਰ ਮਸਲੇ ਨੂੰ ਚੱਕਦੇ ਰਹਿੰਦੇ ਨੇ। ਤਾਂ ਅੱਜ ਬੜੀ ਅਹਿਮ ਚਰਚਾ ਇਹ ਵੀ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਨੇ, ਇਹਨਾਂ ਦੇ ਵਿੱਚੋਂ ਨਿਕਲ ਕੀ ਰਿਹਾ ਤੇ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ। ਡਾਕਟਰ ਸਾਹਿਬ, ਬੜੀ ਅਹਿਮ ਚੀਜ਼ ਹੈ ਕਿ ਇਹ ਹਾਲਾਤ ਬਣੇ ਕਿਉਂ? ਸਭ ਤੋਂ ਵੱਡਾ ਸਵਾਲ ਇਹ, ਕਿਉਂਕਿ ਲਗਾਤਾਰ ਲੋਕ ਚਿੰਤਾਵਾਂ ਕਰ ਰਹੇ ਨੇ ਕਿ ਇਦਾਂ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਪਰ ਤੁਹਾਡੇ ਹਿਸਾਬ ਨਾਲ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਹਾਲਾਤ ਬਣੇ ਕਿਉਂ ਉੱਥੇ? ਇਹ ਹਾਲਾਤ ਤੁਸੀਂ ਦੇਖ ਲਓ ਪਿਛਲੇ 20-25 ਸਾਲਾਂ ਤੋਂ ਕਹਿ ਲਓ ਕਿ ਕੁਝ ਜ਼ਿਆਦਾ ਹਾਲਾਤ ਵਿਗੜ ਗਏ ਆ। ਇਹ ਡਿਫਰੈਂਸ ਬਿਟਵੀਨ ਟੂ ਮੇਜਰ ਜਿਹੜੀਆਂ ਵਰਲਡ ਵਿੱਚ ਤੁਸੀਂ ਕਹਿ ਲਓ ਰਿਲੀਜਨਸ ਹੈਗੇ ਨੇ, ਇਸਲਾਮਿਕ ਰਿਲੀਜਨ ਤੇ ਆਪਣਾ ਕ੍ਰਿਸਚਨ ਰਿਲੀਜਨ। ਇਸ ਰਿਲੀਜਨਸ ਦੀ ਪਾਵਰ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਵਰਲਡ ਦੇ ਵਿੱਚ ਕਿ ਮਿਨੋਰਿਟੀ ਪਿਸ ਰਹੀ ਹੈ ਜੀ। ਤੇ ਇਹੀ ਤੁਹਾਨੂੰ ਕਾਰਨ ਲੱਗ ਰਿਹਾ ਕਿ ਇੱਕ ਕਮਿਊਨਿਟੀ ਜ਼ਿਆਦਾ ਵੱਡੇ ਪੱਧਰ ਤੇ ਵੱਧ ਰਹੀ ਹੈ ਤਾਂ ਉਹੀ ਛੋਟੀਆਂ ਕਮਿਊਨਿਟੀ ਦੇ ਉੱਪਰ ਭਾਰ ਪਾ ਰਹੀ ਹੈ, ਜਾਂ ਇਸੇ ਕਾਰਨ ਹੀ ਇਹ ਸਾਰੀਆਂ ਘਟਨਾਵਾਂ ਵੱਧ ਰਹੀਆਂ? ਦੇਖੋ ਜੀ, ਹਰੇਕ ਬੰਦੇ ਨੇ ਆਪਣੀ ਪਾਵਰ ਦਿਖਾਉਣੀ ਆ। ਹੁਣ ਪਾਵਰ ਤੁਸੀਂ ਦਿਖਾ ਸਕਦੇ ਹੋ, ਵੱਡੇ ਬੰਦੇ ਨੂੰ ਛੇੜ ਕੇ ਤਾਂ ਪਾਵਰ ਦਿਖਾ ਨਹੀਂ ਸਕਦੇ। ਛੋਟੇ ਬੰਦੇ ਪਿਸੀ ਜਾਂਦੇ ਆ ਜੀ ਵਿੱਚ, ਮਿਨੋਰਿਟੀ ਪਿਸ ਰਹੀ ਹੈ। ਤੇ ਸਭ ਤੋਂ ਜ਼ਿਆਦਾ ਮਿਨੋਰਿਟੀ ਜਿਹੜੀ ਦੁਨੀਆ 'ਚ ਹੈਗੀ ਹੈ ਇਸ ਵੇਲੇ, ਉਹ ਆਪਣੀ ਕਹਿ ਲਓ ਇੰਡੀਆ ਵਿੱਚ ਹੀ ਹੈ। ਆਪਾਂ ਹੀ ਮਿਨੋਰਿਟੀ ਦੇ ਵਿੱਚ ਹਾਂ ਜੀ ਇਸ ਵੇਲੇ। ਜਿਹੜੀ 15% ਮਿਨੋਰਿਟੀ ਹੈ, ਉਹਦੇ 'ਚ ਮੇਜਰ ਮਿਨੋਰਿਟੀ ਆਪਾਂ ਇੰਡੀਆ ਵਿੱਚ ਹੈ। ਤੇ ਜਦੋਂ ਕਿਸੇ ਕੰਟਰੀ 'ਚ ਪ੍ਰੋਬਲਮ ਹੁੰਦੀ ਹੈ, ਕਿਸੇ ਵੀ ਕੰਟਰੀ 'ਚ ਜਦੋਂ ਮਿਨੋਰਿਟੀ ਤੰਗ ਹੁੰਦੀ ਹੈ, ਉਦੋਂ ਇਫੈਕਟ ਕਿਹੜੀ ਕੰਟਰੀ ਹੁੰਦੀ ਹੈ? ਇਫੈਕਟ ਇੰਡੀਆ ਹੀ ਹੁੰਦੀ ਹੈ। ਬਿਕੋਜ਼ ਜਦੋਂ ਜਦੋਂ ਤੁਹਾਡੀ ਅਸੀਂ ਗੱਲ ਕਰਦੇ ਹਾਂ, ਤੁਸੀਂ ਇਸ ਇਸ਼ੂ ਨੂੰ ਹੁਣ ਲੈ ਕੇ ਲਗਾਤਾਰ ਚਿੰਤਤ ਹੈਗੇ ਹੋ ਕਿ ਇਸ ਤਰੀਕੇ ਦੀ ਘਟਨਾ ਵਾਪਰੀ। ਇਸ ਸਾਰੀ ਘਟਨਾ ਨੂੰ ਤੁਸੀਂ ਡੀਕੋਡ ਕਿੱਦਾਂ ਕਰ ਰਹੇ ਹੋ, ਐਨਾਲਿਸਿਸ ਕਿੱਦਾਂ ਕਰ ਰਹੇ ਹੋ ਕਿ ਉਹ ਜਿਹੜੀ ਘਟਨਾ ਵਾਪਰੀ, ਅਟੈਕ ਹੋਇਆ, 4 ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ, ਬੰਬਾਰੀ ਹੋਈ, 3 ਕੀਮਤੀ ਜਾਨਾਂ ਗਈਆਂ, ਲੱਗਦਾ ਕਿ ਇਸ ਚੀਜ਼ ਦੇ ਨਾਲ ਪੂਰੇ ਵਰਲਡ ਲੈਵਲ ਤੇ ਇੱਕ ਅਸਰ ਦੇਖਣ ਨੂੰ ਮਿਲ ਰਿਹਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਡਿਕੋਡ? ਦੇਖੋ, ਇੱਕ ਵਰਲਡ ਤੇ ਉਹਨਾਂ ਨੇ ਇੱਕ ਇੰਪ੍ਰੈਸ਼ਨ ਦਾ ਕ੍ਰੀਏਟ ਕਰ ਹੀ ਦਿੱਤਾ ਨਾ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਕਦੇ ਟਾਈਮ ਆਉਂਦਾ ਹੈ ਜੀ, ਪਤਾ ਲੱਗਦਾ ਕਿ ਅਮਰੀਕਾ ਦੇ ਵਿੱਚ ਟਵਿਨ ਬਿਲਡਿੰਗਸ, 2 ਬਿਲਡਿੰਗਾਂ ਢਾਤੀਆਂ। ਕਦੇ ਆਪਣੇ ਤਾਜ ਹੋਟਲ ਤੇ ਅਟੈਕ ਜਾਂਦਾ ਹੋ,
ਕਦੇ ਕੁਛ ਕਦੇ ਕੁਛ। ਸੋ ਆਪਾਂ ਹੁਣ ਲੋਕਾਂ ਨੇ ਇੰਡੀਆ ਦੇ ਵਿੱਚ ਆਪਣੀ ਸਿਕਿਉਰਿਟੀ ਬੜੀ ਟਾਈਟ ਕੀਤੀ ਹੋਈ ਹੈ। ਆਪਾਂ ਨੂੰ ਪ੍ਰੋਬਲਮਸ ਕਹਿ ਲਓ ਕਿ ਆਪਣੀ I would appreciate the central government कि yes we are doing well and मैं especially पंजाब गवर्नमेंट ਜਿਹਨੂੰ ਕਿ ਕਿਸੇ ਨੇ ਐਪਰੀਸ਼ੀਏਟ ਨਹੀਂ ਕੀਤਾ ਇੰਨੇ ਸਾਲਾਂ ਤੋਂ। ਜਿਹੜਾ ਪੰਜਾਬ ਸਟੇਟ ਦਾ 900 ਕਿਲੋਮੀਟਰ ਦਾ ਬਾਰਡਰ ਹੈ, ਇਹਨੂੰ ਸੰਭਾਲਣਾ ਕੋਈ ਸੌਖਾ ਨਹੀਂ। ਇਹਨੂੰ ਪੰਜਾਬ ਨੇ ਇੰਨੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਹੈ। 1947 ਤੋਂ ਬਾਅਦ ਇਸ ਬਾਰਡਰ ਨੂੰ ਸੰਭਾਲ ਕੇ ਰੱਖਿਆ ਹੈ। ਸੋ ਇਹ ਮਤਲਬ ਇਹ ਐਪਰੀਸ਼ੀਏਟ ਕਰਨ ਵਾਲੀਆਂ ਗੱਲਾਂ ਜੀ। ਸਰ ਬੜੀ ਅਹਿਮ ਤੁਸੀਂ ਪੁਆਇੰਟ ਤੇ ਗੱਲ ਕੀਤੀ ਕਿ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ, ਵੱਡੇ ਵੱਡੇ ਹਮਲੇ ਹੋ ਰਹੇ ਨੇ। ਭਾਰਤ ਦੇ ਵਿੱਚ ਵੀ ਕੁਝ ਹਾਲਾਤ ਅਜਿਹੇ ਨੇ ਕਿ ਕਿਤੇ ਨਾ ਕਿਤੇ ਮਾਈਨੋਰਿਟੀ ਜਿਹੜੀ ਹੈ ਉਹਨਾਂ ਦੇ ਉੱਪਰ ਕਈ ਥਾਵਾਂ ਤੇ ਇਦਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਹਾਲ ਹੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ, ਬਹੁਤ ਸਾਰੀ ਚੀਜ਼ਾਂ ਇਦਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਜਿੱਥੇ ਸਮਝਿਆ ਗਿਆ ਕਿ ਸ਼ਾਇਦ ਜਿਹੜੀ ਘੱਟ ਗਿਣਤੀ ਲੋਕ ਨੇ ਇੱਥੇ ਭਾਰਤ ਦੇ ਵਿੱਚ ਜਾਂ ਇਸਲਾਮਿਕ ਲੋਕ ਨੇ ਉਹਨਾਂ ਦੇ ਉੱਪਰ ਹਮਲਾ ਮੰਨਿਆ ਗਿਆ। ਇਹਦਾ ਪ੍ਰਭਾਵ ਗਲੋਬਲੀ ਦੇਖਣ ਨੂੰ ਮਿਲਿਆ। ਬਹੁਤ ਸਾਰੀਆਂ ਇਸਲਾਮਿਕ ਕੰਟਰੀਆਂ ਦੇ ਵਿੱਚ ਭਾਰਤ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ, ਪ੍ਰਦਰਸ਼ਨ ਵੀ ਹੋਏ। ਲੱਗਦਾ ਕਿ ਉਹਦਾ ਆਫਟਰ ਰਿਐਕਸ਼ਨ ਹੋ ਸਕਦਾ ਹੈ। ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ, ਇਸ ਚੀਜ਼ ਨੂੰ ਦੇਖਦੇ ਹੋ ਨਾਲ ਜੁੜ ਕੇ? ਦੇਖੋ, ਮੈਂ ਤੁਹਾਨੂੰ ਇੱਕ ਪਰਸਨਲ ਗੱਲ ਦੱਸਦਾ। ਜਿਹੜਾ ਹਿੰਦੁਸਤਾਨ ਦਾ ਜਿਹੜਾ ਮੁਸਲਮਾਨ ਹੈ ਨਾ, ਉਹ ਬਹੁਤ ਖੁਸ਼ ਹੈ। ਹੀ ਇਜ਼ ਵੈਰੀ ਹੈਪੀ। ਇਹ ਜਿਹੜੀ ਪਬਲਿਕ ਵਿਊ ਆ ਨਾ ਜੀ, ਪਬਲਿਕ ਵਿਊ ਜਿਹੜਾ ਆਪਾਂ ਕ੍ਰੀਏਟ ਕਰ ਦਿੰਦੇ ਹਾਂ ਜਾਂ ਲੋਕ ਸਟੋਰੀਜ਼ ਬਣਾ ਦਿੰਦੇ ਨੇ, ਮਤਲਬ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਪਾਕਿਸਤਾਨ ਦੇ ਹਰ ਬੰਦੇ ਦੀ ਡ੍ਰੀਮ ਹੈ ਕਿ ਜੇ ਕਿਤੇ ਹੋਰ ਨਹੀਂ ਸਾਨੂੰ ਹਿੰਦੁਸਤਾਨ ਦੀ ਮੌਕਾ ਮਿਲ ਜੇ ਸੈਟਲ ਹੋਣ ਦਾ। ਮਤਲਬ ਇੰਡੀਆ ਇਜ਼ ਅ ਹੈਵਨ ਫॉर ਇਸਲਾਮਿਕ ਕੰਟਰੀਜ਼, ਇਸਲਾਮ ਮੁਸਲਿਮਸ। ਤੁਸੀਂ ਕਿਸੇ ਮੁਸਲਿਮ ਨਾਲ ਦਿਲੋਂ ਗੱਲ ਕਰਕੇ ਦੇਖੋ, ਉਹ ਕਹਿੰਦਾ ਹੈ ਕਿ ਜੰਨਤ ਹੈ। ਸੋ ਨੋ ਡਾਊਟ ਕਿ ਜਿੱਦਾਂ ਪਿਆਰ ਆਪਾਂ ਹਰੇਕ ਕਮਿਊਨਿਟੀ ਨੂੰ ਦਿੰਦੇ ਹਾਂ, ਇਹ ਹੋਰ ਕੰਟਰੀਜ਼ ਵਿੱਚ ਇੰਡੀਆ ਇੱਕ ਐਗਜ਼ਾਮਪਲ ਹੈ ਇਹਦਾ। ਇਹ ਹੋਰਾਂ ਕੰਟਰੀਜ਼ ਵਿੱਚ ਇਹ ਚੀਜ਼ ਹੈ ਨਹੀਂ, ਪਰ ਆਪਾਂ ਬਦਨਾਮ ਹੋਏ ਹੋਏ ਹਾਂ। ਸਰ ਜਦੋਂ ਤੁਹਾਡੀ ਗੱਲ ਕਰੀਏ, ਵਾਈਸ ਪ੍ਰੈਜ਼ੀਡੈਂਟ ਹੋ ਤੁਸੀਂ ਯੂਨਾਈਟਿਡ ਫੈਡਰੇਸ਼ਨ ਆਫ ਯੂਨਾਈਟਿਡ ਨੇਸ਼ਨ ਐਸੋਸੀਏਸ਼ਨਸ ਦੇ, ਤਾਂ ਤੁਹਾਡੇ ਆਪਣੇ ਪੱਧਰ ਤੇ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ। ਹੁਣ ਕਿੱਥੇ ਤੱਕ ਪਹੁੰਚ ਕੀਤੀ ਹੈ, ਕਿਹਦੇ ਤੱਕ ਤੁਸੀਂ ਲੈਟਰਸ ਪਹੁੰਚਾਏ ਨੇ, ਜਾਂ ਕਿਸ ਤਰੀਕੇ ਨਾਲ ਇਸ ਮਸਲੇ ਦੀ ਇੱਕ ਵੱਡੇ ਪੱਧਰ ਤੇ ਆਵਾਜ਼ ਚੁੱਕਣ ਦੀ ਜਾਂ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਦੇਖੋ, ਜੇ ਆਪਾਂ ਦੇਖਿਆ ਜਾਵੇ ਤਾਂ 2 ਲੱਖ ਬੰਦਾ ਕਿਸੇ ਟਾਈਮ ਰਹਿੰਦਾ ਸੀਗਾ ਇੰਡੀਅਨ ਅਫਗਾਨਿਸਤਾਨ 'ਚ, ਫਿਰ 70,000 ਤੇ ਆ ਗਏ। ਹੁਣ ਇਸ ਵੇਲੇ 170 ਫੈਮਲੀਜ਼ ਰਹਿ ਗਈਆਂ। ਅਸੀਂ ਰਿਕੁਐਸਟ ਕਰ ਰਹੇ ਹਾਂ ਕੰਟਰੀਜ਼ ਨੂੰ, ਕੰਟਰੀਜ਼ ਲਾਈਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ, ਫਿਰ ਨਿਊਜ਼ੀਲੈਂਡ। ਅਸੀਂ ਇਹ ਸਾਰੀ ਐਮਬੈਸੀਜ਼ ਨੂੰ ਅਪਰੋਚ ਕਰ ਰਹੇ ਹਾਂ ਕਿ ਤੁਸੀਂ ਘੱਟੋ ਘੱਟ 5-5, 7-7 ਫੈਮਲੀਜ਼ ਨੂੰ ਤਾਂ ਐਡਜਸਟ ਕਰੋ ਇਮੀਡੀਏਟਲੀ। ਠੀਕ ਹੈ ਨਾ ਜੀ। ਹੋਰ ਵੀ ਬੰਦੇ ਬਹੁਤ ਨੇ ਜਿਹੜੇ ਇੰਡੀਆ 'ਚ ਬੜੀ ਦੇਰ ਦੇ ਆਏ ਬੈਠੇ ਨੇ, ਜਿਹੜੇ ਤਾਂ ਸੈਟਲ ਹੋ ਗਏ ਬਹੁਤ ਅੱਛਾ। ਜਿਹੜੇ ਇੰਡੀਆ 'ਚ ਨਹੀਂ ਸੈਟਲ ਹੋ ਸਕੇ, ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਬੰਦੇ ਜੇ ਜਾ ਸਕਣ ਬਾਹਰ ਤਾਂ ਦੇ ਮਸਟ ਗੋ। ਬਿਕੋਜ਼ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਜੀ ਕਿ ਇੰਡੀਆ 'ਚ ਜਾਂ ਤਾਂ ਤੁਸੀਂ ਆਪਣਾ ਬਿਜ਼ਨਸ ਕਰੋ, ਜੌਬਸ ਇੰਡੀਆ 'ਚ ਹੈ ਨਹੀਂ, ਅਨਇੰਪਲੋਇਮੈਂਟ ਬਹੁਤ ਹੈ। ਗਵਰਨਮੈਂਟ ਨੇ ਇਸ ਵੇਲੇ ਬਹੁਤ ਕੋਸ਼ਿਸ਼ ਕੀਤੀ ਹੈ। ਅੱਜ ਹੀ ਕੋਈ ਅਨਾਊਂਸਮੈਂਟ ਆਈ ਹੈ ਕਿ ਪਤਾ ਨਹੀਂ ਇਨ ਲੈਕਸ ਜੌਬਸ ਦੀ, ਤੇ ਬਟ ਫਿਰ ਵੀ ਉਹ ਜੌਬਸ ਦੀ ਜਿਹੜੀ ਪ੍ਰਾਇੋਰਟੀ ਆ, ਉਹ ਪ੍ਰਾਇੋਰਟੀ ਹੈਗੀ ਹੈ ਫॉर a person who has a Indian passport and who is a citizen of India. ਉਹ jobs are not for people from different countries. ਸੋ ਇਹਨਾਂ ਨੂੰ ਤਾਂ ਮੈਂ ਰਿਕੁਐਸਟ ਇਹ ਕਰੂੰਗਾ ਕਿ ਜੇ ਤੁਹਾਨੂੰ ਬਾਹਰ ਜਾਣ ਦਾ ਮੌਕਾ ਮਿਲੇ, ਬਾਹਰ ਚਲੇ ਜਾਓ। ਤੋ ਇਹ ਮੇਰੀ ਰਿਕੁਐਸਟ ਹੋਊਗੀ ਨਾ। ਸਰ ਇਹ ਬੜੀ ਅਹਿਮ ਚੀਜ਼ ਤੁਸੀਂ ਕਹੀ ਕਿ ਉੱਥੋਂ ਉਹਨਾਂ ਨੂੰ ਕਿਤੇ ਨਾ ਕਿਤੇ ਮੂਵ ਕਰਵਾ ਦਿੱਤਾ ਜਾਵੇ, ਵਧੀਆ ਕੰਟਰੀਆਂ ਦੇ ਵਿੱਚ ਭੇਜ ਦਿੱਤਾ ਜਾਵੇ। ਜੇ ਭਾਰਤ ਦੇ ਵਿੱਚ ਆ ਸਕਦੇ ਤਾਂ ਇੱਥੇ ਵੀ ਲਿਆਂਦਾ ਜਾਵੇ, ਪਰ ਇੱਥੇ ਨੌਕਰੀਆਂ ਦਾ ਫਿਰ ਉਹੀ ਰੇਟ ਕਰ ਰਹਿਣਾ ਕਿ ਨੌਕਰੀ ਮਿਲਦੀ ਹੈ ਜਾਂ ਨਹੀਂ ਮਿਲਦੀ, ਇੱਕ ਇਨਸਿਕਿਉਰਿਟੀ ਰਹਿੰਦੀ ਹੈ। ਕਰੋਨਾ ਤੋਂ ਬਾਅਦ ਇੱਕ ਵੱਡੇ ਪੱਧਰ ਤੇ, ਗਲੋਬਲ ਪੱਧਰ ਤੇ ਇਹ ਇਨਸਿਕਿਉਰਿਟੀ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਕੰਮ ਨਹੀਂ ਮਿਲ ਰਹੇ, ਰੁਜ਼ਗਾਰ ਠੱਪ ਹੋ ਗਏ ਨੇ। ਵੱਡੀਆਂ ਕੰਟਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਸ ਤਰੀਕੇ ਦੇ ਕੰਮ ਰੁਕੇ ਹੋਏ ਨੇ। ਤੁਸੀਂ ਹੁਣ ਇਹ ਜਿਹੜੀ ਉੱਥੇ ਮੁੜ ਵਸੇਵੇਂ ਦੀ ਗੱਲ ਕਰ ਰਹੇ ਹੋ, ਜਾਂ ਉਹਨਾਂ ਨੂੰ ਸਿਰਫ ਤੇ ਸਿਰਫ ਉੱਥੋਂ ਮੂਵ ਕਰਨ ਦੀ ਗੱਲ ਕਰ ਰਹੇ ਹੋ, ਜਾਂ ਇਹ ਪ੍ਰੈਸ਼ਰ ਗਲੋਬਲਾਈਜ਼ ਤੌਰ ਤੇ ਬਣਾਉਣਾ ਚਾਹੀਦਾ ਹੈ ਕਿ ਉੱਥੇ ਹਾਲਾਤ ਸੁਧਰਨ, ਉੱਥੇ ਦੇ ਲੋਕ ਉੱਥੇ ਵਸ ਸਕਣ? ਲੱਗਦਾ ਨਹੀਂ ਕਿ ਇਦਾਂ ਦੇ ਇਸ ਵੇਲੇ ਅਹਿਮ ਕਦਮ ਚੁੱਕਣ ਦੀ ਵੀ ਲੋੜ ਹੈ? ਦੇਖੋ, ਜੇ ਤਾਂ ਉੱਥੇ ਦੇ ਹਾਲਾਤ ਸੁਧਰ ਜਾਣ, ਫਿਰ ਤਾਂ ਜਿਹੜਾ 2 ਲੱਖ ਪਰਿਵਾਰ ਉੱਥੋਂ ਮਤਲਬ ਵਿਛੜਿਆ ਹੈ, ਮੇਰੇ ਹਿਸਾਬ ਨਾਲ ਉਹਦੇ 'ਚੋਂ ਘੱਟੋ ਘੱਟ ਲੱਖ ਬੰਦਾ ਵਾਪਸ ਜਾਣ ਨੂੰ ਤਿਆਰ ਹੋਏਗਾ। ਪਰ ਜਿਹਨੂੰ ਕਿ ਹਜੇ ਬਹੁਤ ਟਾਈਮ ਲੱਗੇਗਾ।
ਸੋ ਇਹਦੇ ਪਿੱਛੇ ਆਪਾਂ ਜ਼ਿੰਦਗੀ ਤਾਂ ਆਪਣੀ ਸਾਰੀ ਕੱਢ ਨਹੀਂ ਸਕਦੇ, ਜ਼ਿੰਦਗੀ ਬੜੀ ਛੋਟੀ ਜੀ ਹੈ। ਸੋ ਇਹਦੇ ਵਾਸਤੇ ਮਤਲਬ ਹਰ ਦਿਨ ਜਿਹੜਾ ਹੈ ਬੜਾ ਇੰਪੋਰਟੈਂਟ ਹੈ, ਤੇ ਜੇ ਕਿਸੇ ਬੰਦੇ ਨੂੰ ਅੱਛੀ ਲਾਈਫ ਓਪਰਚੁਨਿਟੀ ਮਿਲਦੀ ਹੋਵੇ ਉਹਨੂੰ ਮਿਸ ਨਹੀਂ ਕਰਨੀ ਚਾਹੀਦੀ। ਜਦੋਂ ਠੀਕ ਹੋ ਜਾਣਗੇ ਹਾਲਾਤ ਅਫਗਾਨਿਸਤਾਨ ਦੇ, ਦੇ ਕੈਨ ਗੋ ਬੈਕ, ਦੇ ਸ਼ੁੱਡ ਗੋ ਬੈਕ ਟੂ ਦੇਅਰ ਹੋਮਸ। ਆਪਾਂ ਕਿਹੜਾ ਨਹੀਂ ਜ਼ੋਰ ਲਾ ਰਹੇ ਜੀ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਵਿੱਚ ਜਾਣ ਵਾਸਤੇ, ਬਟ ਜਦੋਂ ਹਾਲਾਤ ਉਹਨਾਂ ਦੇ ਉੱਥੇ ਜਾਣ ਜੋਗੇ ਹੋਣਗੇ ਤਾਂ ਡੈਫੀਨੇਟਲੀ ਦੇ ਵੁੱਡ ਪ੍ਰੈਫਰ। ਉਹ ਅੱਜ ਵੀ ਤੁਸੀਂ ਕਸ਼ਮੀਰੀ ਪੰਡਤ ਨਾਲ ਕਿਸੇ ਨਾਲ ਗੱਲ ਕਰੋ, ਉਹ ਅੱਜ ਵੀ ਬੈਠਾ ਬੈਠਾ ਕਸ਼ਮੀਰ ਦੀ ਗੱਲ ਕਰਦਾ ਜ਼ਰੂਰ ਆ ਕਿ ਉੱਥੇ ਅਸੀਂ ਇੱਦਾਂ ਕਰਦੇ ਸੀ, ਉੱਥੇ ਇੱਦਾਂ ਕਰਦੇ ਸੀਗੇ। ਆਪਣੀ ਜਗ੍ਹਾ ਤਾਂ ਯਾਦ ਆਉਂਦੀ ਹੈ। ਬੜੀ ਚਿੰਤਾ ਦੀ ਗੱਲ ਹੈ ਇਹ ਕਿ ਲੋਕਾਂ ਨੂੰ ਆਪਣੇ ਰਹਿਣ ਬਸੇਰੇ ਜਿਹੜੇ ਬੜੀਆਂ ਆਸਾਂ ਦੇ ਨਾਲ ਉਮੀਦਾਂ ਦੇ ਨਾਲ ਬਣਾਏ ਹੁੰਦੇ ਉਹ ਛੱਡਣੇ ਪੈਂਦੇ ਨੇ। ਤੁਸੀਂ ਮੈਂ ਇਹ ਪੁੱਛਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਤੁਸੀਂ ਕਹਿ ਰਹੇ ਹੋ ਕਿ ਵੱਖ-ਵੱਖ ਕੰਟਰੀਜ਼ ਨੂੰ ਅਪੀਲ ਕਰ ਰਹੇ ਹੋ ਕਿ ਤੁਸੀਂ ਇਹਨਾਂ ਪਰਿਵਾਰਾਂ ਦੀ ਸਾਰ ਲਓ ਜਾਂ ਉਹਨਾਂ ਨੂੰ ਆਪਣੇ ਕੰਟਰੀਆਂ ਦੇ ਵਿੱਚ ਬੁਲਾਓ। ਲੈਟਰ ਕਿਹਨੂੰ ਲਿਖੇ ਆ? ਕੈਨੇਡਾ ਦੀ ਗਵਰਨਮੈਂਟ ਤੱਕ ਪਹੁੰਚ ਕੀਤੀ ਹੈ, ਅਮਰੀਕਾ ਦੀ ਪਹੁੰਚ ਕੀਤੀ ਹੈ, ਭਾਰਤ ਸਰਕਾਰ ਨੂੰ ਕੁਝ ਪਹੁੰਚਿਆ? ਯੈਸ, ਭਾਰਤ ਸਰਕਾਰ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ। ਭਾਰਤ ਸਰਕਾਰ ਨੇ ਤਾਂ ਆਲਰੇਡੀ ਅਨਾਉਂਸਮੈਂਟ ਕਰਤੀ ਹੈ ਕਿ ਮਤਲਬ ਉਹਨਾਂ ਨੇ ਆਪਣੇ own ਤੇ ਕਰਤੀ ਹੈ, ਵੈਲਕਮ ਕਰ ਰਹੇ ਨੇ ਕਿ ਯੂ ਆਰ ਮੋਸਟ ਵੈਲਕਮ। ਸੋ ਮੈਂ ਪਰਸਨਲੀ ਉੱਦਾਂ ਚਾਹੁੰਦਾ ਕਿ ਜਿਹੜੇ ਤਾਂ ਰਿਟਾਇਰਡ ਬੰਦੇ ਨੇ ਉਹ ਤਾਂ ਦੇ ਮੋਸਟ ਵੈਲਕਮ, ਆਓ ਇੰਡੀਆ 'ਚ। ਪਰ ਜਿਹੜਾ ਯੰਗ ਬੰਦਾ ਕੰਮ ਕਰ ਸਕਦਾ, ਕੰਮ ਕਰਨ ਵਾਲਾ, ਉਹਨੂੰ ਜੇ ਬਾਹਰ ਜਾਣ ਦੀ ਓਪਰਚੁਨਿਟੀ ਮਿਲ ਜੇ, ਹੀ ਸ਼ੁੱਡ ਗੋ। ਪਰ ਅਗੇਨ ਇਹ ਮੇਰੀ ਰਿਕੁਐਸਟ ਸਿਰਫ ਅਫਗਾਨੀਜ਼ ਵਾਸਤੇ ਹੈ, ਨਾਟ ਫॉर ਦੀ ਇੰਡੀਅਨ। ਜਿਹੜੇ ਆਪਣੇ ਬੱਚੇ ਇੰਡੀਆ ਤੋਂ ਬਾਹਰ ਜਾਂਦੇ ਆ ਉਹਨਾਂ ਨੂੰ ਮੇਰੀ ਰਿਕੁਐਸਟ ਇਹ ਹੈ ਕਿ ਉਹ ਇੰਡੀਆ 'ਚ ਹੀ। ਬੜੀ ਅਹਿਮ ਪੁਆਇੰਟ ਤੁਸੀਂ ਛੇੜ ਲਿਆ ਕਿਉਂਕਿ ਇੰਡੀਆ ਵਾਲੇ ਬੱਚੇ ਵੀ ਲਗਾਤਾਰ ਬਾਹਰ ਜਾ ਰਹੇ ਨੇ, ਉਹਨਾਂ ਨੂੰ ਵੀ ਇਨਸਿਕਿਉਰਿਟੀ ਹੈਗੀ ਕਿ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰਾਂ ਵਾਅਦੇ ਕਰ ਰਹੀਆਂ ਨੇ ਉਸ ਤਰੀਕੇ ਨਾਲ ਓਪਰਚੁਨਿਟੀਜ਼ ਹੈ ਨਹੀਂ, ਕੰਮ ਨਹੀਂ ਹੈਗੇ ਉਸ ਤਰੀਕੇ ਦੇ, ਤਾਂ ਉਹਨਾਂ ਦੇ ਵੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਭਵਿੱਖ ਸਿਰਜਿਆ ਜਾਵੇ। ਇੰਡੀਆ 'ਚ ਦੇਖੋ ਜਿਹੜਾ ਬੰਦਾ ਬਾਹਰ ਜਾਂਦਾ ਨਾ, ਐਵਰੇਜ ਇੱਕ ਬੰਦਾ 20-25 ਲੱਖ ਰੁਪਏ ਖਰਚ ਕੇ ਜਾਂਦਾ। 20-25 ਲੱਖ ਰੁਪਏ ਨਾਲ ਇੰਡੀਆ ਦੇ ਵਿੱਚ ਬਹੁਤ ਸੋਹਣਾ ਕਾਰੋਬਾਰ ਸ਼ੁਰੂ ਹੋ ਸਕਦਾ। 2-3 ਲੱਖ ਦਾ ਕੰਮ ਸ਼ੁਰੂ ਕਰੋ, ਹੌਲੀ ਹੌਲੀ ਵਧਾਓ। ਤੇ ਮੇਰੀ ਰਿਕੁਐਸਟ ਇਹ ਆ ਕਿ ਜੇ ਇੰਡੀਆ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਹੈ ਨਾ, ਗੋਲਡਨ ਬਰਡ, ਤਾਂ ਆਪਣਾ ਯੂਥ ਇੱਥੇ ਕੰਮ ਕਰਨ ਲੱਗ ਜੇ। ਇੱਥੇ ਓਪਰਚੁਨਿਟੀਜ਼ ਬਹੁਤ ਹੈ ਐਂਡ ਇੰਡੀਆ ਦਾ ਜਿਹੜਾ ਫਿਊਚਰ ਹੈ ਉਹ ਇੰਨਾ ਬ੍ਰਾਈਟ ਹੈ ਕਿ ਇੰਨਾ ਬ੍ਰਾਈਟ ਫਿਊਚਰ ਚਾਈਨਾ ਦਾ ਵੀ ਹੈ। ਬਹੁਤ ਸ਼ੁਕਰੀਆ। ਥੈਂਕ ਯੂ। ਸਾਨੂੰ ਡਾਕਟਰ ਹਰਚੰਦ ਸਿੰਘ ਰਣੌਤਾ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀ ਘਟਨਾ ਵਾਪਰੀ, ਜਿਹੜੇ ਉੱਥੇ ਪਰਿਵਾਰਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਅਜਿਹੇ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੀ ਸਾਰ ਲਈ ਜਾਵੇ। ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਦੇ ਨਾਲ, ਭਾਰਤ ਸਰਕਾਰ ਦੇ ਨਾਲ ਰਾਬਤਾ ਕਰਨ ਦੀ, ਤਾਂ ਜੋ ਇਹਨਾਂ ਦੀ ਬਾਂਹ ਫੜੀ ਜਾਵੇ, ਇਹਨਾਂ ਨੂੰ ਬਣਦਾ ਇਨਸਾਫ ਮਿਲੇ। ਤੇ ਨਾਲ ਦੇ ਨਾਲ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀਆਂ ਘੱਟ ਗਿਣਤੀ ਜਿਹੜੇ ਲੋਕ ਨੇ ਜਿਨ੍ਹਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ, ਉਹਨਾਂ ਦੇ ਉੱਪਰ ਵੀ ਗਲੋਬਲ ਪੱਧਰ ਤੇ ਧਿਆਨ ਦੇਣ ਦੀ ਲੋੜ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।